ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੋਜੀ ਪ੍ਰੀਤਮ ਦੇ ਦਰਬਾਰ ਵਿੱਚ ਅਨੇਕਾਂ ਤਰ੍ਹਾਂ ਦੀਆਂ ਸਾਖੀਆਂ ਹੁੰਦੀਆਂ ਰਹਿੰਦੀਆਂ ਹਨ, ਜਿਹੜੀਆਂ ਸਾਰੀਆਂ ਬਿਆਨ ਕਰੀਏ ਤਾਂ ਸੈਂਕੜੇ ਜਿਲਦਾਂ ਦੇ ਗ੍ਰੰਥ ਬਣ ਜਾਣ। ਇਹਨਾਂ ਸਾਖੀਆਂ ਵਿੱਚੋਂ ਇੱਕ ਸਾਖੀ ਦੁਆਬੇ ਦੇ ਰਹਿਣ ਵਾਲੇ ਧਰਮ ਸਿੰਘ ਦੀ ਵੀ ਆਉਂਦੀ ਹੈ। ਦੁਆਬੇ ਦੇ ਰਹਿਣ ਵਾਲੇ ਧਰਮ ਸਿੰਘ ਨੇ ਇੱਕ ਦਿਨ ਗੁਰੂ ਜੀ ਨੂੰ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਦੱਸੋ ਇਸ ਸੰਸਾਰ ਵਿੱਚ ਆਦਮੀ ਦਾ ਨਾਮ ਅਮਰ ਕਿਵੇਂ ਰਹਿ ਸਕਦਾ ਹੈ। ਮੈਂ ਕਈਆਂ ਕੋਲੋਂ ਪੁੱਛਿਆ ਹੈ, ਕੋਈ ਆਖਦਾ ਹੈ ਕਿ ਬਾਗ ਲਾਓ, ਕੋਈ ਆਖਦਾ ਹੈ ਬੌਲੀ ਲਾਓ, ਕੋਈ ਕਹਿੰਦਾ ਹੈ ਕਿ ਔਲਾਦ ਨਾਲ ਹੀ ਨਾਮ ਅਮਰ ਰਹਿੰਦਾ ਹੈ, ਪਰ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ। ਮੇਰੇ ਮਨ ਦਾ ਭਰਮ ਤੁਸੀਂ ਦੂਰ ਕਰੋ। ਸ਼ਰਧਾਲੂ ਸਿੱਖ ਦਾ ਇਹ ਬਚਨ ਸੁਣ ਕੇ ਸਤਿਗੁਰੂ ਸਾਹਿਬ ਜੀ ਨੇ ਫਰਮਾਇਆ, ਹੇ ਗੁਰਮੁਖ ਜਨੋ ਸੁਣੋ, ਬਾਗ, ਖੂਹ, ਔਲਾਦ, ਸਰਾਂ ਆਦਿਕ ਮਨੁੱਖ ਦੇ ਨਾਮ ਨੂੰ ਥੋੜ੍ਹਾ ਚਿਰ ਅਮਰ ਰੱਖਦੀਆਂ ਹਨ, ਕਿਉਂਕਿ ਕਾਲ ਬਲੀ ਸਮੇਂ ਨਾਲ ਇਹਨਾਂ ਨੂੰ ਖਾ ਜਾਂਦਾ ਹੈ। ਦੇਖੋ, ਪ੍ਰਾਚੀਨ ਭਾਰਤ ਵਿੱਚ ਹਜ਼ਾਰਾਂ ਰਾਜੇ ਹੋ ਗੁਜ਼ਰੇ ਹਨ, ਜਿਨ੍ਹਾਂ ਨੇ ਖੂਹ, ਸਰਾਈ ਤੇ ਬਾਗ ਲਗਵਾਏ ਸਨ, ਪਰ ਉਹਨਾਂ ਦੀਆਂ ਉਹ ਯਾਦਾਂ ਅੱਜ ਦੁਨੀਆ ਨੂੰ ਭੁੱਲ ਗਈਆਂ ਹਨ। ਪਰ ਉਸ ਵੇਲੇ ਦੇ ਭਗਤ ਸ਼੍ਰੀ ਰਾਮਚੰਦਰ ਜੀ, ਵਿਸ਼ਵਾਮਿਤਰ ਆਦਿਕ ਨਹੀਂ ਭੁੱਲੇ। ਵਾਲਮੀਕ ਜੀ ਨਾ ਕਿਸੇ ਨੂੰ ਭੁੱਲੇ ਹਨ, ਨਾ ਭੁੱਲਣਗੇ। ਭਗਤ ਕਬੀਰ ਜੀ, ਮੀਰਾ ਬਾਈ ਆਦਿਕ ਅਮੁੱਲ ਹਨ। ਸੋਚੋ, ਰਤਾ ਉਸ ਸਮੇਂ ਕਿੰਨੇ ਰਾਜੇ ਨਵਾਬ ਸਨ। ਕਿਸੇ ਦਾ ਨਾਮ ਤੁਹਾਨੂੰ ਯਾਦ ਹੈ? ਇਸ ਦਾ ਸਿੱਧਾ ਅਰਥ ਇਹ ਹੈ ਕਿ ਭਗਤੀ ਤੋਂ ਬਿਨਾਂ ਕੋਈ ਵਸਤੂ ਜਾਂ ਕਰਮ ਨਾਮ ਨੂੰ ਅਮਰ ਨਹੀਂ ਰੱਖ ਸਕਦਾ। ਧਰੂ ਤੇ ਪ੍ਰਹਿਲਾਦ ਨੂੰ ਅਸੀਂ ਤਦੇ ਯਾਦ ਕਰਦੇ ਹਾਂ ਕਿ ਉਹਨਾਂ ਨੇ ਭਗਤੀ ਕੀਤੀ ਸੀ। ਸਾਰੇ ਵਿਚਾਰਾਂ ਨੂੰ ਛੱਡ ਕੇ ਭਗਤੀ ਕਰੋ। ਜਿੰਨਾ ਚਿਰ ਭਗਤੀ ਕਰੋਗੇ ਅਮਰ ਰਹੋਗੇ। ਬਾਣੀ ਪੜ੍ਹੋ, ਸੇਵਾ ਕਰੋ, ਬਸ ਆਪ ਦਾ ਨਾਮ ਅਮਰ ਰਹੇਗਾ। ਸਦਾ ਸਤਸੰਗ ਵਿੱਚ ਬੈਠਿਆ ਕਰੋ ਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਭਾਈ ਧਰਮ ਸਿੰਘ ਦੇ ਨਿਰਵੈਰ ਹਿਰਦੇ ਨੂੰ ਤਸੱਲੀ ਹੋ ਗਈ। ਉਸਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਉਹ ਨਿਹਾਲ ਹੋ ਗਿਆ। ਸਤਿਗੁਰੂ ਜੀ ਦੇ ਸਮੇਂ ਸਾਰੇ ਭਾਰਤ ਵਿੱਚ ਵਹਿਮ ਪ੍ਰਸਤੀ ਬਹੁਤ ਸੀ। ਜਾਦੂ ਟੂਣੇ, ਜੰਤਰ ਮੰਤਰ ਤੇ ਭੂਤਾਂ ਪ੍ਰੇਤਾਂ ਦੇ ਪਰਛਾਵੇਂ ਦੀ ਬਹੁਤ ਚਰਚਾ ਸੀ। ਇਹਨਾਂ ਨੂੰ ਦੂਰ ਕਰਨ ਵਾਲੇ ਸਾਰੇ ਮੁਸਲਮਾਨ ਫਕੀਰ ਸਨ। ਇਹ ਰੋਗ ਇਸਤਰੀਆਂ ਨੂੰ ਬਹੁਤ ਹੁੰਦਾ ਸੀ। ਸਤਿਗੁਰੂ ਜੀ ਨੇ ਇਹਨਾਂ ਵਹਿਮਾਂ ਨੂੰ ਦੂਰ ਕਰਨ ਦਾ ਬਹੁਤ ਯਤਨ ਕੀਤਾ। ਇੱਕ ਦਿਨ ਭਾਈ ਨੱਥਾ ਸਿੰਘ ਜੀ ਨੇ ਸਤਿਗੁਰੂ ਜੀ ਦੇ ਹਜ਼ੂਰ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਮੈਂ ਬਹੁਤ ਸ਼ਰਮਿੰਦਾ ਤੇ ਦੁਖੀ ਹਾਂ। ਮੈਨੂੰ ਦੁੱਖ ਇਹ ਹੈ ਕਿ ਮੇਰੀ ਮੁਟਿਆਰ ਲੜਕੀ ਦੇ ਸਿਰ ਮੁਸਲਮਾਨ ਮੌਲਵੀ ਨੇ ਕੁਝ ਧੂੜ ਦਿੱਤਾ ਹੈ। ਉਹ ਮੌਲਵੀ ਦੇ ਘਰ ਜਾਂਦੀ ਹੈ। ਅਸੀਂ ਜਾਣੋ ਰੋਕਦੇ ਹਾਂ। ਤੁਰਕਾਂ ਦੇ ਘਰਾਂ ਤੋਂ ਅੰਨ ਜਲ ਨਹੀਂ ਖਾਈਦਾ, ਪਰ ਉਹ ਨਹੀਂ ਟਲਦੀ। ਜੇ ਅਸੀਂ ਆਖਦੇ ਹਾਂ ਕਿ ਤੇਰਾ ਵਿਆਹ ਕਰ ਦਈਏ ਤਾਂ ਉਹ ਚੀਕਾਂ ਮਾਰਨ ਲੱਗ ਪੈਂਦੀ ਹੈ। ਆਪ ਦੇ ਪਾਸ ਨਹੀਂ ਆਉਂਦੀ। ਅਸੀਂ ਹੁਣ ਬਹੁਤ ਯਤਨ ਕੀਤਾ ਸੀ ਕਿ ਉਹ ਵੀ ਸਾਡੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਆਵੇ, ਪਰ ਨਹੀਂ ਆਈ। ਲੋਕ ਸਾਡੀਆਂ ਕਈ ਪ੍ਰਕਾਰ ਦੀਆਂ ਗੱਲਾਂ ਬਣਾਉਂਦੇ ਹਨ। ਸਾਡੇ ਤੇ ਦਇਆ ਕਰੋ, ਸਾਡੀ ਲੜਕੀ ਮੁੜ ਘਰ ਆਵੇ ਤੇ ਗੁਰੂ ਘਰ ਦੀ ਸਤ ਸੰਗਣ ਬਣੇ। ਅੰਤਰਜਾਮੀ ਸਤਿਗੁਰੂ ਜੀ ਘੱਟ ਘੱਟ ਦੀ ਜਾਣਨਹਾਰ ਸਨ। ਉਹਨਾਂ ਨੇ ਅੰਤਰ ਧਿਆਨ ਹੋ ਕੇ ਦੇਖਿਆ ਕਿ ਸੱਚਮੁੱਚ ਉਸ ਸਿੱਖ ਦੀ ਕੰਨਿਆ ਉਸ ਵੇਲੇ ਮੌਲਵੀ ਦੇ ਕੋਲ ਬੈਠੀ ਹੋਈ ਗੱਲਾਂ ਕਰ ਰਹੀ ਸੀ ਤੇ ਮੌਲਵੀ ਗੁਰੂ ਘਰ ਦੀ ਨਿੰਦਿਆ ਕਰਕੇ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਕਰ ਰਿਹਾ ਸੀ। ਉਹ ਉਸ ਉੱਤੇ ਪਿਆਰ ਦੇ ਡੋਰੇ ਸੁੱਟ ਰਿਹਾ ਸੀ। ਉਹ ਕੁਵਾਰੀ ਕੰਨਿਆ ਦਾ ਧਰਮ ਲੁੱਟਣਾ ਚਾਹੁੰਦਾ ਸੀ। ਸਾਹਿਬਾਂ ਨੇ ਕੰਨਿਆ ਦਾ ਸੱਤ ਧਰਮ ਬਚਾਉਣ ਵਾਸਤੇ ਦਇਆ ਕੀਤੀ। ਉਸ ਵਕਤ ਐਸਾ ਪਾਣਾ ਵਰਤਿਆ ਕਿ ਮੌਲਵੀ ਨੂੰ ਢਿੱਡ ਪੀੜ ਲਾ ਦਿੱਤੀ। ਉਹ ਪੀੜ ਨਾਲ ਤੜਫਣ ਲੱਗ ਪਿਆ ਅਤੇ ਕੰਨਿਆ ਉੱਠ ਕੇ ਆਪਣੇ ਘਰ ਆ ਬੈਠੀ। ਉਸਦੇ ਚਿੱਤ ਨੂੰ ਕੁਝ ਤਸੱਲੀ ਹੋਈ। ਸਾਹਿਬਾਂ ਨੇ ਨੇਤਰ ਖੋਲ੍ਹੇ ਤੇ ਸਿੱਖ ਨੂੰ ਕਿਹਾ, ਘਰ ਜਾ, ਕੰਨਿਆ ਨੂੰ ਨਾਲ ਲੈ ਕੇ ਆਈ। ਜੇ ਨਾਲ ਨਾ ਤੁਰੇ ਤਾਂ ਸ਼੍ਰੀ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਦਾ ਪਾਠ ਉਸ ਦੇ ਲਾਗੇ ਕਰਨਾ, ਉਹ ਜ਼ਰੂਰ ਆਏਗੀ।
ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਸਿੱਖ ਆਪਣੇ ਘਰ ਨੂੰ ਤੁਰ ਗਿਆ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਿੱਖ ਦੀ ਕੰਨਿਆ ਘਰ ਵਿੱਚ ਹੀ ਸੀ। ਮਾਂ-ਬਾਪ ਨੂੰ ਦੇਖ ਕੇ ਉਸ ਨੂੰ ਗੁੱਸਾ ਚੜ੍ਹ ਗਿਆ। ਉਸਨੇ ਆਪਣੇ ਬਾਪ ਨੂੰ ਕਿਹਾ, ਮੈਂ ਤੁਹਾਡੇ ਘਰ ਨਹੀਂ ਰਹਿਣਾ, ਮੇਰਾ ਵਿਆਹ ਕਿਸੇ ਤੁਰਕ ਨਾਲ ਕਰ ਦਿਓ। ਇਹ ਸੁਣ ਕੇ ਸਿੱਖ ਹਿਰਦੇ ਨੂੰ ਬਹੁਤ ਸੱਟ ਵੱਜੀ। ਉਸਨੇ ਉਸੇ ਵੇਲੇ ਸਤਿਗੁਰੂ ਜੀ ਦੇ ਦੱਸੇ ਅਨੁਸਾਰ ਸ਼੍ਰੀ ਜਪਜੀ ਸਾਹਿਬ ਦੀਆਂ 5 ਪੌੜੀਆਂ ਦਾ ਪਾਠ ਕੀਤਾ। ਜਿਵੇਂ ਹੀ ਕੰਨਿਆ ਦੇ ਕੰਨਾਂ ਨੇ ਬਾਣੀ ਸੁਣੀ ਤਾਂ ਉਸਦੇ ਹਿਰਦੇ ਤੇ ਤਨ ਨੂੰ ਕਾਂਬਾ ਆ ਗਿਆ। ਉਹ ਸਿਰ ਤੋਂ ਪੈਰਾਂ ਤੱਕ ਹਿੱਲ ਗਈ ਤੇ ਚੁੱਪਚਾਪ ਬੈਠ ਗਈ। ਉਸ ਨੂੰ ਬੈਠੀ ਵੇਖ ਕੇ ਸਿੱਖ ਤੇ ਸਿੱਖਣੀ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਐਸਾ ਅਸਰ ਹੋਇਆ ਕਿ ਉਸ ਕੰਨਿਆ ਨੇ ਵੀ ਵਾਹਿਗੁਰੂ ਆਖਿਆ, ਜਦ ਕਿ ਪਹਿਲਾਂ ਉਹ ਕਦੇ ਵਾਹਿਗੁਰੂ ਸ਼ਬਦ ਨਹੀਂ ਸੀ ਆਖਦੀ। ਅਗਲੇ ਦਿਨ ਸਿੱਖ ਕੰਨਿਆ ਨੂੰ ਨਾਲ ਲੈ ਕੇ ਉਸਦੇ ਮਾਤਾ-ਪਿਤਾ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ। ਗੁਰੂ ਜੀ ਨੇ ਅੰਮ੍ਰਿਤ ਛਕਾਇਆ। ਫਿਰ ਕੰਨਿਆ ਦਾ ਜਨਮ ਮਰਨ ਸਵਰ ਗਿਆ। ਉਸ ਇਸਤਰੀ ਦਾ ਧਰਮ ਵੀ ਬਚ ਗਿਆ ਤੇ ਉਹ ਤੁਰਕਾਂ ਨੂੰ ਮੰਦੇ ਸ਼ਬਦ ਕਹਿਣ ਲੱਗੀ। ਉਸਨੇ ਆਪਣੇ ਮਾਂ-ਬਾਪ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਖ ਦਿੱਤਾ, ਮੇਰੀ ਸ਼ਾਦੀ ਕਿਸੇ ਸਿੰਘ ਨਾਲ ਕਰ ਦਿਓ, ਮੈਂ ਗੁਰੂ ਘਰ ਵਿੱਚ ਸੇਵਾ ਕਰਾਂਗੀ। ਉਸ ਸਮੇਂ ਗੁਰੂ ਜੀ ਦੀ ਸਹਾਇਤਾ ਨਾਲ ਸਿੱਖ ਨੇ ਕੰਨਿਆ ਦੀ ਸ਼ਾਦੀ ਇੱਕ ਸਿੰਘ ਗੱਭਰੂ ਨਾਲ ਕਰ ਦਿੱਤੀ। ਸਤਿਗੁਰੂ ਜੀ ਦੀ ਕਿਰਪਾ ਨਾਲ ਉਹ ਦੋਵੇਂ ਜੀ ਗੁਰੂ ਘਰ ਦੀ ਸੇਵਾ ਕਰਨ ਲੱਗ ਪਏ। ਭਾਵੇਂ 6ਵੇਂ ਪਾਤਸ਼ਾਹ ਜੀ ਦੇ ਪਿੱਛੋਂ ਸਿੱਖਾਂ ਦਾ ਸਿੱਖੀ ਸਮਾਜ ਕਾਇਮ ਹੋ ਚੁੱਕਾ ਸੀ, ਫਿਰ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਹੁਤ ਸੁਧਾਰ ਹੋਇਆ। ਸਿੱਖੀ ਸਮਾਜ ਵਿੱਚ ਇੱਕ ਤਕੜਾ ਭਾਈਚਾਰਾ ਬਣ ਗਿਆ ਸੀ ਤੇ ਇਸ ਵਿੱਚੋਂ ਕੁਰੀਤੀਆਂ ਦੂਰ ਹੋ ਗਈਆਂ ਸਨ। ਇੱਕ ਦਿਨ ਦੀਵਾਨ ਸਜਿਆ ਹੋਇਆ ਸੀ। ਸਤਿਗੁਰੂ ਜੀ ਦੀ ਨਿਗਾਹ ਅਚਾਨਕ ਇੱਕ ਇਸਤਰੀ ਤੇ ਪਈ ਜਿਸ ਨੇ ਡੂੰਘਾ ਘੁੰਡ ਕੱਢਿਆ ਹੋਇਆ ਸੀ। ਉਸਨੇ 2-3 ਵਾਰੀ ਸੰਗਤ ਵਿੱਚ ਆਉਣ ਦਾ ਯਤਨ ਕੀਤਾ, ਪਰ ਉਹ ਕਾਮਯਾਬ ਨਾ ਹੋਈ। ਉਹ ਵਾਪਸ ਮੁੜ ਜਾਂਦੀ ਰਹੀ। ਸਾਹਿਬਾਂ ਨੇ ਮੇਵੜੇ ਨੂੰ ਭੇਜ ਕੇ ਉਸ ਨੂੰ ਆਪਣੇ ਕੋਲ ਸੱਦਿਆ। ਉਸਨੇ ਆਉਂਦਿਆਂ ਹੀ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ 5 ਰੁਪਏ ਭੇਟਾ ਕੀਤੇ। ਮੱਥਾ ਟੇਕਣ ਪਿੱਛੋਂ ਉਸ ਇਸਤਰੀ ਨੇ ਬੇਨਤੀ ਕੀਤੀ, ਮੇਰੇ ਧੰਨ ਭਾਗ ਜੋ ਆਪ ਜੀ ਦੇ ਦਰਸ਼ਨ ਹੋ ਗਏ। ਮੈਨੂੰ ਮੇਰਾ ਪਤੀ ਆਪ ਜੀ ਦੇ ਦਰਸ਼ਨ ਕਰਨ ਨਹੀਂ ਆਉਣ ਦਿੰਦਾ ਸੀ। ਮੈਂ ਚੋਰੀ ਆਉਂਦੀ ਸੀ, ਪਰ ਭੀੜ ਬਹੁਤ ਹੋਣ ਦੇ ਕਾਰਨ ਮੁੜ ਜਾਂਦੀ ਸੀ। ਮੈਨੂੰ ਭੈ ਲੱਗਦਾ ਸੀ, ਮੇਰੇ ਤੇ ਦਇਆ ਕਰੋ। ਜਿਸ ਤਰ੍ਹਾਂ ਵੀ ਹੋਵੇ, ਮੇਰਾ ਪਤੀ, ਮੇਰੇ ਘਰ ਦੇ ਹੋਰ ਜੀ ਗੁਰੂ ਘਰ ਦੇ ਸ਼ਰਧਾਲੂ ਬਣ ਜਾਣ। ਬੀਬੀ ਦੇ ਇਹ ਬਚਨ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਉਸ ਸਮੇਂ ਬਚਨ ਕੀਤਾ, ਜਾ ਪੁੱਤਰੀਏ, ਤੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਪਰ ਸਤਸੰਗਤ ਵਿੱਚ ਘੁੰਡ ਕੱਢ ਕੇ ਨਾ ਆਇਆ ਕਰ। ਸਤਿਗੁਰੂ ਜੀ ਦੀ ਬਾਣੀ ਯਾਦ ਕਰਕੇ ਪੜ੍ਹਿਆ ਕਰ, ਵਾਹਿਗੁਰੂ ਤੇਰੇ ਸਿਦਕ ਨੂੰ ਫਲ ਲਾਵੇਗਾ। ਸਤਿਗੁਰੂ ਜੀ ਪਾਸੋਂ ਐਸਾ ਵਰ ਪ੍ਰਾਪਤ ਕਰਕੇ ਉਹ ਦੇਵੀ ਖੁਸ਼ੀ-ਖੁਸ਼ੀ ਘਰ ਆ ਗਈ। ਉਸਦੇ ਪਤੀ ਨੇ ਉਸ ਨੂੰ ਪੁੱਛਿਆ, ਕਿੱਥੋਂ ਆਈ ਹੈ? ਬੀਬੀ ਨੇ ਆਪਣੇ ਪਤੀ ਨੂੰ ਉੱਤਰ ਦਿੱਤਾ, ਸਤਿਗੁਰੂ ਜੀ ਦੇ ਦਰਸ਼ਨ ਕਰਕੇ। ਉਸ ਨੂੰ ਖਿਆਲ ਸੀ ਕਿ ਉਸ ਦਾ ਪਤੀ ਮਾਰੇਗਾ, ਪਰ ਉਹ ਹੈਰਾਨ ਹੋ ਗਈ। ਜਦੋਂ ਪਤੀ ਨੇ ਉਸ ਨੂੰ ਕੁਝ ਨਾ ਕਿਹਾ ਤੇ ਚੁੱਪਚਾਪ ਆਪਣੇ ਕੰਮ ਲੱਗ ਗਿਆ। ਹੌਲੀ-ਹੌਲੀ ਉਸ ਦਾ ਪਤੀ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਣ ਲੱਗ ਪਿਆ। ਸਾਰੇ ਪਰਿਵਾਰ ਨੇ ਸਿੱਖੀ ਨੂੰ ਧਾਰਨ ਕਰ ਲਿਆ ਤੇ ਸਤਿਗੁਰੂ ਜੀ ਪਾਸੋਂ ਅੰਮ੍ਰਿਤਪਾਨ ਕਰ ਲਿਆ। ਉਸ ਬੀਬੀ ਦੀ ਹਿੰਮਤ ਤੇ ਸ਼ਰਧਾ ਦੀ ਬਹੁਤ ਉਸਤਤੀ ਹੋਈ। ਇਸੇ ਪ੍ਰਕਾਰ ਰਾਮ ਭਜਨੀ ਨਾਮ ਦੀ ਇੱਕ ਬੀਬੀ ਸੀ। ਉਸਦੇ ਮਾਂ-ਬਾਪ ਗੁਰਸਿੱਖ ਸਨ, ਪਰ ਕਾਲਵਸ ਹੋ ਚੁੱਕੇ ਸਨ। ਉਹ ਇਕੱਲੀ ਹੀ ਰਹਿੰਦੀ ਸੀ। ਉਸ ਦਾ ਵਿਆਹ ਭਾਵੇਂ ਉਸਦੇ ਮਾਂ-ਬਾਪ ਨੇ ਹੀ ਕੀਤਾ ਸੀ, ਪਰ ਕੀਤਾ ਭੁਲੇਖੇ ਨਾਲ। ਇਸ ਕਰਕੇ ਇਸ ਕੁਰੀਤੀ ਘਰਾਣੇ ਵਿੱਚ ਵਿਆਹੀ ਗਈ। ਉਸ ਦਾ ਸਹੁਰਾ ਘਰ ਸਖੀ ਸਰਵਰ ਦਾ ਪੁਜਾਰੀ ਸੀ ਤੇ ਨੜੀਮਾਰ ਸੀ। ਇੱਕ ਵੀ ਘਰ ਦਾ ਜੀ ਸਤਸੰਗੀ ਨਹੀਂ ਸੀ। ਉਸ ਬੀਬੀ ਦੇ ਸਾਹਮਣੇ ਬਹੁਤ ਵੱਡੀ ਔਕੜ ਪੇਸ਼ ਆਈ। ਇੱਕ ਪਾਸੇ ਗੁਰੂ ਸਾਹਿਬ ਤੇ ਗੁਰੂ ਜੀ ਦੀ ਸਿੱਖੀ ਨਾਲ ਪ੍ਰੀਤ ਤੇ ਦੂਸਰੇ ਪਾਸੇ ਪਤੀ ਤੇ ਸਹੁਰੇ ਸੱਸ ਨਾਲ ਸਮਾਜਿਕ ਸੰਬੰਧ। ਉਹ ਕਿਸ ਨੂੰ ਛੱਡੇ ਅਤੇ ਕਿਸ ਨੂੰ ਰੱਖੇ। ਉਸਨੇ ਪਤੀ ਦੇਵ ਤੇ ਸੱਸ ਸਹੁਰੇ ਨੂੰ ਬਹੁਤ ਸਮਝਾਇਆ ਕਿ ਉਸਦੇ ਜੀਵਨ ਵਿੱਚ ਰੁਕਾਵਟਾਂ ਨਾ ਪਾਓ, ਪਰ ਉਹ ਨਾ ਮੰਨੇ। ਉਹਨਾਂ ਨੇ ਬੀਬੀ ਨੂੰ ਕਿਹਾ, ਨਾ ਤੂੰ ਬਾਣੀ ਪੜ੍ਹ ਸਕਦੀ ਹੈ ਤੇ ਨਾ ਹੀ ਆਪਣੇ ਗੁਰੂ ਨੂੰ ਮਿਲ ਸਕਦੀ ਹੈ। ਹੁੱਕੇ ਉੱਤੇ ਅੱਗ ਧਰਨੀ ਤੇ ਹੁੱਕਾ ਤਿਆਰ ਕਰਕੇ ਦੇਣਾ ਹੋਵੇਗਾ। ਅਸੀਂ ਤੈਨੂੰ ਕਿਰਪਾਨ ਤੇ ਕਛਹਿਰਾ ਨਹੀਂ ਰੱਖਣ ਦੇਣਾ। ਐਸੀਆਂ ਪਾਬੰਦੀਆਂ ਲਾਈਆਂ ਕਿ ਉਹ ਬਹੁਤ ਦੁਖੀ ਹੋਈ
ਤੇ ਕਈ ਦਿਨ ਰੋਂਦੀ ਰਹੀ। ਆਖਿਰ ਵਾਹਿਗੁਰੂ ਨੇ ਉਸ ਨੂੰ ਬਲ ਬਖਸ਼ਿਆ। ਉਸ ਨੇ ਹੌਸਲੇ ਨਾਲ ਪ੍ਰਤਿੱਗਿਆ ਕੀਤੀ, ਭਾਵੇਂ ਮੇਰੇ ਟੁਕੜੇ ਟੁਕੜੇ ਕਰ ਦੇਣ, ਮੈਂ ਗੁਰਬਾਣੀ, ਗੁਰਸਿੱਖੀ ਤੇ ਗੁਰੂ ਘਰ ਨਾਲੋਂ ਸੰਬੰਧ ਨਹੀਂ ਤੋੜਾਂਗੀ। ਮੈਂ ਦੁਨੀਆ ਨੂੰ ਛੱਡ ਦਿਆਂਗੀ, ਪਰ ਦੀਨ ਨਹੀਂ ਛੱਡਾਂਗੀ, ਭਾਵੇਂ ਮੈਨੂੰ ਮਾਰ ਸੁੱਟਣ, ਭਾਵੇਂ ਰੋਟੀ ਕੱਪੜਾ ਵੀ ਨਾ ਦੇਣ। ਇਹ ਪ੍ਰਤਿੱਗਿਆ ਕਰਕੇ ਉਸਨੇ ਸਰਵਰੀਆਂ ਨਾਲ ਘੋਲ ਕਰਨਾ ਆਰੰਭ ਕਰ ਦਿੱਤਾ। ਉਸ ਨੂੰ ਹੁੱਕੇ ਉੱਤੇ ਅੱਗ ਧਰਨ ਵਾਸਤੇ ਆਖਿਆ ਤਾਂ ਉਸਨੇ ਜਵਾਬ ਦੇ ਦਿੱਤਾ। ਜੇ ਅੱਗੇ ਹੋ ਕੇ ਹੁੱਕਾ ਨੇੜੇ ਕੀਤਾ, ਉਸਨੇ ਸੋਟਾ ਮਾਰ ਕੇ ਤੋੜ ਦਿੱਤਾ। ਇਸ ਗੁੱਸੇ ਵਿੱਚ ਉਸਦੇ ਪਤੀ ਨੇ ਉਸ ਨੂੰ ਬਹੁਤ ਕੁੱਟਿਆ। ਮਾਰ ਖਾ ਕੇ ਵੀ ਰਾਮ ਭਜਨੀ ਨੇ ਰਾਮ ਨੂੰ ਨਾ ਛੱਡਿਆ। 2 ਦਿਨ ਭੁੱਖੀ ਤ੍ਰਿਹਾਈ ਸਤਨਾਮ ਵਾਹਿਗੁਰੂ ਜਪਦੀ ਰਹੀ। ਵਾਹਿਗੁਰੂ ਨੇ ਉਹਦਾ ਸਿਦਕ ਦੇਖ ਕੇ ਉਹਦੀ ਸਹਾਇਤਾ ਕੀਤੀ। ਆਂਢਣਾ ਗੁਆਂਢਣਾ ਨੂੰ ਪ੍ਰੇਰ ਕੇ ਉਹਦੇ ਕੋਲ ਲਿਆਂਦਾ, ਜਿਨ੍ਹਾਂ ਨੇ ਰਾਮ ਭਜਨੀ ਦੇ ਸੱਸ ਸਹੁਰੇ ਨੂੰ ਬਹੁਤ ਮਾੜਾ ਚੰਗਾ ਆਖਿਆ ਤੇ ਸ਼ਰਮਿੰਦਿਆਂ ਕੀਤਾ। ਇਸ ਤਰ੍ਹਾਂ ਪੂਰਾ ਸਾਲ ਰਾਮ ਭਜਨੀ ਲੜਾਈ ਲੜਦੀ ਰਹੀ। ਇੱਕ ਦਿਨ ਉਹ ਨੱਸ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਆ ਪੁੱਜੀ। ਉਸਨੇ ਰੋ ਰੋ ਕੇ ਗੁਰੂ ਜੀ ਨੂੰ ਆਪਣੇ ਹਾਲ ਦੱਸੇ। ਜਦੋਂ ਉਹ ਆਪਣੇ ਦੁੱਖਾਂ ਦੀ ਕਹਾਣੀ ਦੱਸ ਰਹੀ ਸੀ ਤਾਂ ਉਸ ਵੇਲੇ ਭਾਈ ਰਾਮ ਸਿੰਘ ਜੀ ਉੱਥੇ ਬੈਠੇ ਸਨ। ਭਾਈ ਜੀ ਨੇ ਬੀਬੀ ਜੀ ਨੂੰ ਹੌਸਲਾ ਦਿੰਦਿਆਂ ਹੋਇਆਂ ਕਿਹਾ, ਪੁੱਤਰੀ ਚਿੰਤਾ ਨਾ ਕਰ, ਵਾਹਿਗੁਰੂ ਦੇ ਭਗਤਾਂ ਨਾਲ ਐਸਾ ਹੀ ਹੋਇਆ ਕਰਦਾ ਹੈ। ਤਾਰਾ ਰਾਣੀ, ਮੀਰਾ ਮਾਈ ਤੇ ਕਰਮਾ ਬਾਈ ਆਦਿਕ ਦੇਵੀਆਂ ਨੂੰ ਆਪਣੇ ਪਤੀਆਂ ਤੇ ਸੱਸ ਸਹੁਰਿਆਂ ਨਾਲ ਐਸੇ ਘੋਲ ਕਰਨੇ ਪਏ ਸਨ, ਪਰ ਅੰਤ ਨੂੰ ਧਰਮ ਦੀ ਹੀ ਜੈ ਹੁੰਦੀ ਹੈ। ਸੁਣ, ਤੈਨੂੰ ਕਥਾ ਸੁਣਾਉਂਦੇ ਹਾਂ। ਕਰਮਾ ਬਾਈ ਦਾ ਪਤੀ ਨਹੀਂ ਸੀ ਚਾਹੁੰਦਾ ਕਿ ਉਸ ਦੀ ਇਸਤਰੀ ਠਾਕੁਰਾਂ ਦੀ ਪੂਜਾ ਕਰੇ, ਠਾਕੁਰਾਂ ਦੇ ਸਾਹਮਣੇ ਨੱਚੇ ਤੇ ਗਾਵੇ ਅਤੇ ਸਾਧੂ ਸਮਾਗਮ ਵਿੱਚ ਜਾਵੇ। ਉਹ ਉਸ ਨੂੰ ਹਰ ਤਰ੍ਹਾਂ ਤੰਗ ਕਰਦਾ ਸੀ। ਅੰਤ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਰਾਣੀ ਸਾਧੂ ਸਮਾਗਮ ਵਿੱਚ ਹਰੀ ਕੀਰਤਨ ਸੁਣਨ ਵਾਸਤੇ ਚਲੀ ਗਈ ਹੈ। ਰਾਜੇ ਨੇ ਫੈਸਲਾ ਕੀਤਾ ਕਿ ਉਹ ਕਰਮਾ ਬਾਈ ਨੂੰ ਸ਼ੇਰ ਕੋਲੋਂ ਮਰਵਾ ਦੇਵੇ। ਉਸਨੇ ਭੁੱਖਾ ਸ਼ੇਰ ਉਸਦੇ ਰਾਹ ਵਿੱਚ ਛੱਡ ਦਿੱਤਾ। ਸ਼ੇਰ ਆਪਣੀ ਖੁਰਾਕ ਲੱਭ ਰਿਹਾ ਸੀ ਕਿ ਕਰਮਾ ਬਾਈ ਗੋਲੀ ਸਮੇਤ ਸਾਧੂ ਸਮਾਗਮ ਵੱਲੋਂ ਆਈ। ਉਸ ਦੀ ਦਾਸੀ ਨੇ ਦੂਰੋਂ ਹੀ ਦੇਖ ਲਿਆ ਕਿ ਅੱਗੇ ਸ਼ੇਰ ਹੈ। ਉਸਨੇ ਕਰਮਾ ਬਾਈ ਨੂੰ ਕਿਹਾ, ਰਾਣੀ ਜੀ, ਨਰਸਿੰਘ ਭਗਵਾਨ ਚਲੇ ਆ ਰਹੇ ਹਨ। ਇਹ ਸੁਣ ਕੇ ਕਰਮਾ ਬਾਈ ਨੇ ਨੈਣ ਉੱਪਰ ਚੁੱਕ ਕੇ ਦੇਖਿਆ ਤੇ ਪ੍ਰਸੰਨਤਾ ਨਾਲ ਕਿਹਾ, ਮੇਰੇ ਧੰਨ ਭਾਗ, ਮੈਂ ਬਲਿਹਾਰੀ ਜਾਵਾਂ। ਮੇਰੇ ਭਗਵਾਨ ਨੇ ਮੈਨੂੰ ਦਰਸ਼ਨ ਦਿੱਤੇ ਹਨ। ਅੱਜ ਮੈਂ ਨਿਹਾਲ ਹੋ ਗਈ, ਨੀ ਸਈਓਂ ਮੈਂ ਨਿਹਾਲ ਹੋ ਗਈ। ਇਉਂ ਆਖਦੀ ਹੋਈ ਉਹ ਕਾਹਲੀ ਨਾਲ ਅੱਗੇ ਵਧੀ। ਹੱਥ ਵਿੱਚ ਜੋ ਫੁੱਲਾਂ ਦੀ ਮਾਲਾ ਸੀ ਉਹ ਸ਼ੇਰ ਦੇ ਗਲ ਪਾਉਣ ਵਾਸਤੇ ਅੱਗੇ ਵਧੀ। ਜਦ ਕਰਮਾ ਬਾਈ ਸ਼ੇਰ ਦੇ ਕੋਲ ਪੁੱਜੀ ਤਾਂ ਖਲੋਤੇ ਹੋਏ ਬੱਬਰ ਸ਼ੇਰ ਨੇ ਧੌਣ ਨੀਵੀਂ ਕਰ ਦਿੱਤੀ। ਕਰਮਾ ਬਾਈ ਨੇ ਫੁੱਲਾਂ ਦੀ ਮਾਲਾ ਸ਼ੇਰ ਦੇ ਗਲ ਪਾ ਦਿੱਤੀ। ਉਹਦੇ ਪੈਰਾਂ ਨੂੰ ਹੱਥ ਲਾਇਆ ਤੇ ਉਸ ਦੀ ਆਰਤੀ ਕੀਤੀ। ਨਿਰੀ ਆਰਤੀ ਹੀ ਨਹੀਂ ਕੀਤੀ, ਸਗੋਂ ਭਜਨ ਗਾਉਂਦੀ ਹੋਈ ਨੇ ਨਾਚ ਕੀਤਾ। ਸ਼ੇਰ ਸੱਚਮੁੱਚ ਭਗਵਾਨ ਰੂਪ ਹੋ ਕੇ ਚੁੱਪਚਾਪ ਖਲੋਤਾ ਰਿਹਾ ਤੇ ਕਰਮਾ ਬਾਈ ਵੱਲ ਵੇਖਦਾ ਰਿਹਾ। ਜਦੋਂ ਕਰਮਾ ਬਾਈ ਨੱਚ-ਨੱਚ ਕੇ ਥੱਕ ਗਈ ਤਾਂ ਸ਼ੇਰ ਆਪੇ ਹੀ ਇੱਕ ਪਾਸੇ ਤੁਰ ਗਿਆ। ਇਸ ਕੌਤਕ ਨੂੰ ਰਾਜੇ ਦੇ ਆਦਮੀ ਵੇਖਦੇ ਸਨ। ਉਹਨਾਂ ਨੇ ਸਾਰੀ ਹਕੀਕਤ ਜਾ ਕੇ ਆਪਣੇ ਮਾਲਕ ਨੂੰ ਦੱਸੀ। ਉਹ ਵਾਰਤਾ ਸੁਣ ਕੇ ਪ੍ਰਸੰਨ ਹੋਇਆ ਤੇ ਕਰਮਾ ਬਾਈ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਖੁਸ਼ੀ ਤੇ ਸੁਤੰਤਰਤਾ ਨਾਲ ਭਗਤੀ ਕਰੇ। ਸੋ ਹੇ ਪੁੱਤਰੀ, ਇਸੇ ਤਰ੍ਹਾਂ ਤੇਰੇ ਪਤੀ ਦੇਵਤਾ ਵੀ ਇੱਕ ਦਿਨ ਤੇਰੀ ਭਗਤੀ ਦੇ ਸ਼ਰਧਾਲੂ ਹੋਣਗੇ। ਚਿੰਤਾ ਨਾ ਕਰ, ਗੁਰੂ ਸਾਹਿਬ ਮਿਹਰ ਕਰਨਗੇ। ਭਾਈ ਰਾਮ ਕੌਰ ਜੀ ਦੇ ਪਾਸੋਂ ਇਹ ਕਥਾ ਸਰਵਣ ਕਰਕੇ ਰਾਮ ਭਜਨੀ ਨੂੰ ਕੁਝ ਹੌਸਲਾ ਹੋਇਆ। ਦੂਸਰੇ ਅਚੰਭੇ ਦੀ ਇਹ ਗੱਲ ਹੋਈ ਕਿ ਰਾਮ ਭਜਨੀ ਦੇ ਪਤੀ ਤੇ ਸੱਸ ਸਹੁਰਾ ਆਦਿਕ ਸਾਰੇ ਘਰ ਦੇ ਰਾਮ ਭਜਨੀ ਨੂੰ ਲੱਭਦੇ ਹੋਏ ਸਤਿਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਪੁੱਜੇ। ਸਤਿਗੁਰੂ ਜੀ ਨੇ ਸਾਰਿਆਂ ਉੱਪਰ ਦਇਆ ਦ੍ਰਿਸ਼ਟੀ ਕੀਤੀ। ਉਪਦੇਸ਼ ਨਾਲ ਉਹਨਾਂ ਦੇ ਮਨ ਤਬਦੀਲ ਕੀਤੇ। ਪੂਰਨ ਗੁਰਸਿੱਖ ਬਣਾ ਕੇ ਰਾਮ ਭਜਨੀ ਨਾਲ ਤੋਰ ਦਿੱਤੇ। ਉਹ ਸਾਰੀ ਉਮਰ ਗੁਰੂ ਘਰ ਦੇ ਸ਼ਰਧਾਲੂ ਰਹੇ। ਰਾਮ ਭਜਨੀ ਦੀ ਉਪਮਾ ਹੋਣ ਲੱਗੀ। ਇਸ ਤਰ੍ਹਾਂ ਉਹ ਵੱਡ ਪਰਿਵਾਰੀ ਹੋ ਕੇ ਪਰਲੋਕ ਨੂੰ ਚਲੀ ਗਈ। ਇਸੇ ਪ੍ਰਕਾਰ ਸ਼ੇਰੂਪੁਰੇ ਦਾ ਇੱਕ ਅਰੋੜਾ ਸਿੱਖ ਸੀ। ਉਸਨੇ ਵੀ ਉਸੇ ਤਰ੍ਹਾਂ ਦੀ ਬੇਨਤੀ ਗੁਰੂ ਜੀ ਪਾਸ ਕੀਤੀ ਕਿ ਹੇ ਦਾਤਾਰ ਜੀ, ਮੇਰੀ ਵੀ ਫਰਿਆਦ ਹੈ ਕਿ ਮੇਰੀ ਵਹੁਟੀ ਲੀਲਾਵਤੀ ਇੱਕ ਮਲੇਸ਼ ਦੇ ਵੱਸ ਹੋ ਗਈ ਹੈ। ਉਸਨੇ ਜਾਦੂ ਟੂਣੇ ਕਰਕੇ ਮੇਰੀ ਇਸਤਰੀ ਨੂੰ ਆਪਣੇ ਵੱਸ ਕਰ ਛੱਡਿਆ ਹੈ। ਰਾਤ ਨੂੰ ਮੇਰੇ ਘਰ ਰਹਿੰਦੀ ਹੈ, ਦਿਨੇ ਉੱਧਰ ਚਲੀ ਜਾਂਦੀ ਹੈ। ਜੇ ਚਿੱਤ ਕਰੇ ਤਾਂ ਰਾਤ ਨੂੰ ਵੀ ਚਲੀ ਜਾਂਦੀ ਹੈ।
ਜੇ ਮੈਂ ਰੋਕਦਾ ਹਾਂ ਤਾਂ ਹਵਾ ਨੂੰ ਤਲਵਾਰਾਂ ਮਾਰਦੀ ਹੈ। ਕੋਈ ਇਲਾਜ ਦੱਸੋ। ਉਹ ਮੇਰੇ ਨਾਲ ਨਹੀਂ ਆਈ। ਉਸ ਦੀ ਇਹ ਫਰਿਆਦ ਸੁਣ ਕੇ ਸਤਿਗੁਰੂ ਜੀ ਬੋਲੇ, ਹੇ ਗੁਰਮੁਖ ਜਨ, ਜਾਦੂ ਟੂਣੇ ਸਿੱਖ ਉੱਤੇ ਅਸਰ ਨਹੀਂ ਕਰਦੇ। ਸਿੱਖ ਨੂੰ ਚਾਹੀਦਾ ਕਿ ਸਵੇਰੇ ਉੱਠ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੇ। ਰਾਤ ਨੂੰ ਰਹਿਰਾਸ ਤੇ ਕੀਰਤਨ ਸੁਹੇਲਾ ਪੜ੍ਹ ਕੇ ਮੰਜੇ ਤੇ ਲੇਟਣਾ ਚਾਹੀਦਾ ਹੈ। ਹੁਣ ਤੂੰ ਇਉਂ ਕਰ, ਆਪਣੇ ਘਰ ਜਾ, ਸੁੱਚੇ ਬਰਤਨ ਵਿੱਚ ਜਲ ਪਾ ਕੇ ਉਸ ਜਲ ਨੂੰ ਅੱਗੇ ਰੱਖ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰੀ। ਪਾਠ ਦੇ ਭੋਗ ਪਿੱਛੋਂ ਉਹ ਜਲ ਉਸ ਨੂੰ ਪਿਲਾ ਦੇਈਂ। ਇਸ ਤਰ੍ਹਾਂ 5 ਦਿਨ ਜਲ ਪਿਲਾਉਣ ਪਿੱਛੋਂ ਉਹ ਤੇਰੇ ਘਰੋਂ ਬਾਹਰ ਪੈਰ ਨਹੀਂ ਰੱਖੇਗੀ, ਉਹ ਤੇਰੀ ਹੋ ਜਾਏਗੀ। ਸਤਿਗੁਰੂ ਸਾਹਿਬ ਜੀ ਦਾ ਇਹ ਵਚਨ ਮੰਨ ਕੇ ਉਹ ਸਿੱਖ ਆਪਣੇ ਪਿੰਡ ਸ਼ੇਰੂਪੁਰੇ ਪਹੁੰਚ ਗਿਆ। ਉਸਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਸਤਿਗੁਰੂ ਜੀ ਨੇ ਫਰਮਾਇਆ ਸੀ। ਹਲੇ 3 ਦਿਨ ਹੀ ਹੋਏ ਸਨ। ਉਹ